Hello friends, today we will discuss the National Education Policy NEP 2020। देखो NEP 2020 NEP ਦੀ ਫੁੱਲ ਫਾਰਮ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ। ਨੈਸ਼ਨਲ ਐਜੂਕੇਸ਼ਨ ਪਾਲਿਸੀ, ठीक है। आ सारी PDF ਤੁਹਾਨੂੰ ਪ੍ਰੋਵਾਈਡ ਕਰਤੀ ਜਾਊਗੀ, ਸਭ ਕੁਝ ਉਹਦੇ ਤੇ ਨੋਟ ਹੋਊਗਾ, ठीक है। NEP ਦੀ ਫੁੱਲ ਫਾਰਮ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ, ठीक है। देखो प्री प्राइमरी एजुकेशन ਦੇ ਵਿੱਚ ਇਹਦਾ ਦਾ ਕੀ ਯੋਗਦਾਨ NEP ਦਾ ਬਹੁਤ ਮੋਸਟ ਇੰਪੋਰਟੈਂਟ ਟੌਪਿਕ ਹੈ ਤੁਹਾਡੇ ਲਈ। ਦੇਖੋ ਪ੍ਰੀ ਪ੍ਰਾਇਮਰੀ ਦੇ ਵਿੱਚ ਮੋਸਟ ਇੰਪੋਰਟੈਂਟ NEP, ਕਿਉਂਕਿ ਦੇਖੋ ਇਸ ਤੋਂ ਪਹਿਲਾਂ ਜਿਹੜੀ ਆਪਣੀ ਪਾਲਿਸੀ ਸੀ ਨਾ, ਜਿਹੜੀ ਇਸ ਤੋਂ ਪਹਿਲਾਂ ਆਪਣੀ ਦੇਖੋ ਇੱਕ ਹੋਰ ਤੁਹਾਨੂੰ ਇੱਥੇ ਦੱਸਾਂ, ਆਪਣੇ ਹੁਣ ਤੱਕ 3 ਪਾਲਿਸੀ ਆਈਆਂ ਐਜੂਕੇਸ਼ਨ ਰਿਲੇਟਡ। ਫਸਟ ਆਈ ਸੀ ਕਿ 1968 ਦੇ ਵਿੱਚ, ਠੀਕ ਹੈ। ਸੈਕਿੰਡ ਆਈ 1986 ਦੇ ਵਿੱਚ, ਥਰਡ ਆਈ 2020, ठीक है। 68 ਨੂੰ ਓਪੋਜ਼ਿਟ ਕਰ ਦਿਓ 86 ਹੋ ਜਾਊਗਾ, ठीक है। ਇੱਕ ਯਾਦ ਕਰਨ ਦੀ ਟ੍ਰਿਕ ਹੈ, ठीक है। ਹੁਣ ਤੱਕ ਆਪਣੇ 3 ਪਾਲਿਸੀ ਆਈਆਂ 1968 ਦੇ ਵਿੱਚ ਫਸਟ ਆਈ ਸੀ, ਸੈਕਿੰਡ ਆਈ ਸੀ 1986 ਦੇ ਵਿੱਚ, ਤੇ ਜਿਹੜੀ ਥਰਡ ਆਈ ਹੈ 2020, ठीक है। 3 ਪਾਲਿਸੀ ਹੁਣ ਤੱਕ ਆਪਣੇ ਐਜੂਕੇਸ਼ਨ ਦੇ ਵਿੱਚ ਆਈਆਂ। ਦੇਖੋ ਇੱਕ ਨਾ ਬੜੀ ਇੱਥੇ ਸਟੂਡੈਂਟ ਨੂੰ ਬੜਾ ਡਾਊਟ ਰਹਿੰਦਾ, ਉਹ ਕਮੇਟੀ ਨੂੰ ਇੱਕੋ ਚੀਜ਼ ਸਮਝ ਲੈਂਦੇ ਆ, ठीक है। ਰਿਪੋਰਟਸ ਨੂੰ ਵੀ ਇੱਕੋ ਚੀਜ਼ ਸਮਝ ਲੈਂਦੇ ਆ, ਪਾਲਿਸੀ ਨੂੰ ਵੀ ਇੱਕੋ ਚੀਜ਼ ਸਮਝ ਲੈਂਦੇ। ਇਹ ਸੇਮ ਨਹੀਂ ਗੇ। ਜਿਹੜੀ ਆ ਆਈ ਸੀ ਨਾ 1986 ਦੇ ਵਿੱਚ ਜਿਹੜੀ ਪਾਲਿਸੀ ਆਈ ਸੀ, ਉਹਨੂੰ 1982 ਦੇ ਵਿੱਚ ਅਪਡੇਟ ਕੀਤਾ ਗਿਆ ਸੀ, ਉਹਦੀ ਥੋੜ੍ਹੀ ਚੇਂਜਿੰਗ ਲਿਆਂਦੀ ਗਈ ਸੀ ਯਸ਼ਪਾਲ ਜੀ ਦੁਆਰਾ, ਠੀਕ ਹੈ। ਯਸ਼ਪਾਲ ਕਮੇਟੀ ਦੁਆਰਾ। ਉਹ ਇੱਕ ਕਮੇਟੀ ਹੈ, ਕਮੇਟੀ ਅਲੱਗ ਚੀਜ਼ ਹੈ, ਰਿਪੋਰਟ ਅਲੱਗ ਚੀਜ਼ ਹੈ, ਜਿਹੜੀ ਪਾਲਿਸੀ ਉਹ ਅਲੱਗ ਚੀਜ਼ ਹੈ, ਇੱਕ ਪਲੈਨਿੰਗ ਹੈ, ਠੀਕ ਹੈ ਨਾ। ਇੱਕ ਵੇਖੋ ਇੱਕ ਪਲੈਨਿੰਗ ਹੈ। ਇੱਥੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ, ਤੇ ਦੇਖੋ ਇੱਕ ਨਾ ਫਸਟ ਆਫ ਆਲ ਪਹਿਲੇ ਸੀਗੇ, ਦੇਖੋ ਇੱਕ ਪਲੈਨਿੰਗ ਹੁੰਦੀ ਹੈ ਇੱਕ ਵੇਖੋ ਪਹਿਲਾਂ ਪਾਲਿਸੀ ਸੀਗੀ, ਹੁਣ ਪਾਲਿਸੀ ਚੱਲਦੀ ਪਈ ਨਾ। ਪਾਲਿਸੀ ਤੋਂ ਪਹਿਲਾਂ ਸੀਗੇ ਆਪਣੇ 5 ਈਅਰ ਪਲੈਨਿੰਗ, 5 ਈਅਰ ਪਲੈਨਿੰਗ, ਠੀਕ ਹੈ। 5 ਈਅਰ ਪਲੈਨਿੰਗ ਤੋਂ ਪਹਿਲਾਂ ਸੀਗਾ ਐਜੂਕੇਸ਼ਨਲ ਦੇ ਰਿਲੇਟਡ ਜਿਹੜੇ ਟੀਚਰ ਸੀਗੇ, ਜਾਂ ਆਪਾਂ ਕਹਿ ਦਈਏ ਐਜੂਕੇਸ਼ਨਲ ਲਿਸਟ ਸੀ ਜਿਹੜੇ, ਠੀਕ ਹੈ। ਉਹਨਾਂ ਨੇ ਮਤਲਬ ਕਿ ਐਜੂਕੇਸ਼ਨ ਦੇ ਰਿਲੇਟਡ ਜੋ ਕੰਮ ਕੀਤਾ, ਠੀਕ ਹੈ ਨਾ। ਦੇਖੋ ਪਹਿਲਾਂ ਤੁਹਾਨੂੰ ਨਾ ਦੇਖੋ NEP ਤੋਂ ਪਹਿਲਾਂ ਉਹਦੀ ਹਿਸਟਰੀ ਆਉਣੀ ਬਹੁਤ ਜ਼ਰੂਰੀ ਹੈ, ਸਮਝੋ ਗੱਲ ਨਾ। ਪਹਿਲਾਂ ਉਹਦੀ ਥੋੜ੍ਹੀ ਤੁਹਾਨੂੰ ਨੌਲੇਜ ਹੋਵੇ ਵੀ ਪਾਲਿਸੀ ਬਣਾਉਣੀ ਕਿਉਂ ਪਈ। ਦੇਖੋ ਆਪਣਾ ਜਦੋਂ ਆਪਾਂ ਨੂੰ ਫਰੀਡਮ, ਜਦੋਂ ਆਪਾਂ ਨੂੰ ਦੇਸ਼ ਤੋਂ ਆਪਾਂ ਜਦੋਂ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਹਾਂ, ਠੀਕ ਹੈ, ਜਦੋਂ ਆਪਣੀ ਫਰੀਡਮ ਮਿਲੀ ਆਪਾਂ ਨੂੰ ਉਹਨਾਂ ਤੋਂ, ਅੰਗਰੇਜ਼ਾਂ ਤੋਂ, ਠੀਕ ਹੈ ਨਾ। ਉਹ ਦੇਖੋ 1947 ਦੇ ਵਿੱਚ ਮਿਲੀ ਸੀਗੀ, 1947 ਦੇ ਵਿੱਚ ਆਪਾਂ ਨੂੰ ਫਰੀਡਮ ਮਿਲੀ ਸੀ ਅੰਗਰੇਜ਼ਾਂ ਤੋਂ, ਠੀਕ ਹੈ। ਉਸ ਤੋਂ ਬਾਅਦ ਪਾਲਿਸੀ ਕੋਈ ਨਹੀਂ ਆਈ। ਉਸ ਤੋਂ ਬਾਅਦ ਸਿਰਫ ਇੱਕ 5 ਈਅਰ ਪਲੈਨਿੰਗ ਚੱਲਦੀ ਸੀਗੀ, 5 ਈਅਰ ਪਲੈਨਿੰਗ, ਜਿਹਨੂੰ ਆਪਾਂ ਬੋਲ ਦਿੰਦੇ ਹਾਂ ਪੰਚਵਰਸ਼ੀ ਯੋਜਨਾ, ਠੀਕ ਹੈ। ਇੱਕ ਸਿਰਫ 5 ਈਅਰ ਪਲੈਨਿੰਗ ਚੱਲਦੀ ਸੀਗੀ, ਜਿਹਨੂੰ ਆਪਾਂ ਬੋਲਦੇ ਨੇ ਪੰਚਵਰਸ਼ੀ ਯੋਜਨਾ। ਹਰੇਕ 5 ਸਾਲਾਂ ਬਾਅਦ ਚੇਂਜਿੰਗ ਆਉਂਦੀ ਸੀਗੀ। ਜੇ ਦੇਖੋ ਇੱਕ ਜਿਵੇਂ 1947 ਤੋਂ ਬਾਅਦ 5 ਈਅਰ 52 ਤੋਂ ਬਾਅਦ 57 ਤੋਂ ਬਾਅਦ 1962, ਠੀਕ ਹੈ ਨਾ। ਇਸ ਤਰ੍ਹਾਂ 5 ਸਾਲਾਂ ਬਾਅਦ ਇੱਕ ਯੋਜਨਾ ਚੱਲਦੀ ਸੀਗੀ। ਉਹ ਇੱਕ 5 ਉਹਦੇ ਵਿੱਚ ਵੇਖੋ 5 ਈਅਰ ਪਲੈਨਿੰਗ ਦੇ ਵਿੱਚ ਵੀ ਨਾ ਐਜੂਕੇਸ਼ਨ ਰਿਲੇਟਡ ਅਤੇ ਐਗਰੀਕਲਚਰ ਰਿਲੇਟਡ ਵਰਕ ਹੁੰਦਾ ਸੀਗਾ, ਪਰ ਉਹ ਵਰਕ ਇੰਨਾ ਮਤਲਬ ਕਿ ਕਹਿ ਦਈਏ ਐਡਾ ਵਧੀਆ ਨਹੀਂ ਸੀਗਾ, ਠੀਕ ਹੈ ਨਾ। ਹਾਂ ਉਸ ਤੋਂ ਪਹਿਲਾਂ ਵੇਖੋ 5 ਈਅਰ ਪਲੈਨਿੰਗ ਤੋਂ ਪਹਿਲਾਂ ਵੀ ਐਜੂਕੇਸ਼ਨ ਰਿਲੇਟਡ ਕੰਮ ਹੁੰਦੇ ਪਏ ਸੀਗੇ। ਆਪਣੀ ਆਜ਼ਾਦੀ ਤੋਂ ਪਹਿਲਾਂ ਵੀ ਐਜੂਕੇਸ਼ਨ ਦੇ ਰਿਲੇਟਡ ਇੰਡੀਆ ਦੇ ਵਿੱਚ ਕੰਮ ਹੁੰਦੇ ਪਏ ਸੀਗੇ, ਠੀਕ ਹੈ ਨਾ। ਉਹ ਦੇਖੋ ਹੁਣ ਮੈਂ ਉਸ ਤੋਂ ਪਹਿਲਾਂ ਕੌਣ ਕੰਮ ਕਰਦਾ, ਆਹ ਦੇਖੋ ਅੱਗੇ ਆਹ ਪੁਆਇੰਟ ਮੈਂ ਤੁਹਾਨੂੰ ਬਾਅਦ ਹੀ ਦੱਸਾਂ। ਉਸ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਇੱਥੇ ਫਿਰ ਗੱਲ ਕਰ ਰਿਹਾ ਵੀ ਐਜੂਕੇਸ਼ਨ ਤੋਂ ਪਹਿਲਾਂ ਨਾ 1800 ਆਪਣੇ ਗਿੱਜੂ ਬਾਈ ਬੇਦਕ ਸੀਗੇ, ਠੀਕ ਹੈ। ਇੱਥੇ ਯਾਦ ਰੱਖਿਆ ਗਿੱਜੂ ਬਾਈ, ਠੀਕ ਹੈ। ਗਿੱਜੂ ਬਾਈ ਸੀਗੇ, ਗਾਂਧੀ ਜੀ ਸੀ, ਠੀਕ ਹੈ। ਤਾਰਾਬਾਈ ਸੀਗੇ, ਇੱਕ ਮਿੰਟ, ਤਾਰਾਬਾਈ ਮੋਦਕ ਸੀਗੀ, ਠੀਕ ਹੈ। ਤਾਰਾਬਾਈ ਸੀ, ਠੀਕ ਹੈ। ਇੱਕ ਫਰੋਬਲ ਸੀਗੇ, ਠੀਕ ਹੈ। ਵੇਖੋ ਇੱਕ ਤੁਹਾਨੂੰ ਇੱਕ ਮਾਰੀਆ ਮੋਂਟੇਸਰੀ ਸੀਗੀ। ਜਿਹੜਾ ਫਰੋਬਲ ਤਾਂ ਚਲੋ ਉੱਧਰ ਜਰਮਨੀ ਵਾਲੀ ਸਾਈਡ ਤੋਂ ਆ ਜਾਂਦੇ ਆ, ਜਿਹੜੇ ਮਾਰੀਆ ਮੋਂਟੇਸਰੀ ਸੀ ਇਹ ਇੰਡੀਆ ਵਿੱਚ ਆਈ ਸੀਗੀ, ਠੀਕ ਹੈ ਨਾ। ਇਹਦੇ 'ਤੇ ਗਿੱਜੂ ਬਾਈ ਜਿਨ੍ਹਾਂ ਦੇ ਬੜਾ ਇਹ ਥੋੜ੍ਹੀ ਤੁਹਾਨੂੰ ਮੈਂ ਇੱਕ ਤਾਂ ਨਾ ਇੱਥੇ ਥੋੜ੍ਹੀ ਬੈਕ ਨੂੰ ਹਿਸਟਰੀ ਦੱਸ ਰਿਹਾ। ਜਿਹੜੀ ਆ ਗਿੱਜੂ ਬਾਈ ਦੀ ਫੁੱਲ ਵੀਡੀਓ ਤੁਹਾਨੂੰ, ਹੋਰ ਕੋਈ ਵੀਡੀਓ ਤੁਹਾਨੂੰ ਸਾਰਾ ਜਿਹੜਾ ਗਿੱਜੂ ਬਾਈ ਦਾ, ਜਿਹੜੇ ਆਪਣੇ ਮਹਾਤਮਾ ਗਾਂਧੀ ਹੈ, ਜੋ ਆਪਣੇ ਟੈਗੋਰਾਂ ਦੇ ਬਾਰੇ ਅਲੱਗ ਵੀਡੀਓ ਬਣਾ ਦੂੰਗਾ। ਉਸ ਤੋਂ ਪਹਿਲਾਂ ਤੁਹਾਨੂੰ ਸਿਰਫ ਇੱਕ ਥੋੜ੍ਹੀ ਜਿਹੀ ਹਿਸਟਰੀ ਦੱਸ ਰਿਹਾ ਵੀ ਦੇਖੋ ਗਿੱਜੂ ਬਾਈ ਸੀਗੇ ਜਿਹੜੇ ਆਪਣੇ 1885 ਵਿੱਚ ਇਹਨਾਂ ਦਾ ਬਰਥ ਹੋਇਆ। 1 ਸੈਕਿੰਡ, 1885 ਵਿੱਚ ਇਹਨਾਂ ਦਾ ਕੀ ਹੋਇਆ, ਬਰਥ ਹੋਇਆ, ਠੀਕ ਹੈ।
ਇਹਨਾਂ ਨੂੰ ਮੁੱਛਲੀ ਮਾਂ, ਗਾਂਧੀ ਜੀ ਨੇ ਇਹਨਾਂ ਨੂੰ ਮੁੱਛਲੀ ਮਾਂ ਦਾ ਨਾਮ ਦਿੱਤਾ ਸੀਗਾ, ਠੀਕ ਹੈ। 1907, ਠੀਕ ਹੈ, ਵਿੱਚ ਇਹ ਅਫਰੀਕਾ ਚਲੇ ਗਏ ਸੀਗੇ, ਠੀਕ ਹੈ। ਉਸ ਤੋਂ ਬਾਅਦ ਫਿਰ 1910 ਦੇ ਵਿੱਚ ਨਾ ਇਹ ਵਾਪਸ ਆ ਗਏ ਸੀਗੇ ਇੰਡੀਆ ਵਿੱਚ, ਫਿਰ ਇਹਨਾਂ ਨੇ ਲਾ ਕੀਤਾ, ਠੀਕ ਹੈ। ਫਿਰ 1920 ਵਿੱਚ ਇਹਨਾਂ ਨੇ ਜਿਹੜਾ 1920 ਦੇ ਵਿੱਚ ਇਹਨਾਂ ਨੇ ਇੱਕ ਨਾ ਇਹਨਾਂ ਨੇ ਆਦੇ ਮਤਲਬ ਕਿ ਬੱਚੇ ਇਹਨਾਂ ਨੇ ਵੇਖਿਆ ਵੀ ਜਿਹੜੀ ਇੰਡੀਆ ਦੀ ਐਜੂਕੇਸ਼ਨ ਹੈ ਨਾ ਬੜੀ ਮਤਲਬ ਕਿ ਮਾੜੀ ਹੈ, ਵੀ ਕੋਈ ਇਹਦੇ 'ਚ ਹੈ ਨਹੀਂ, ਕਿਉਂਕਿ ਇਹਨਾਂ ਦਾ ਜਦੋਂ ਆਪਦਾ ਇਹਨਾਂ ਨੇ ਵੇਖਿਆ ਐਜੂਕੇਸ਼ਨ ਵਿੱਚ ਕ੍ਰੈਮਿੰਗ ਹੁੰਦੀ ਆ, ਉਹ ਇੱਕ ਜਿਵੇਂ ਉਹ ਆਪਣੀ ਉਹੀ ਸਿਸਟਮ ਚੱਲਦਾ ਪਿਆ ਸੀਗਾ, ਉਹ ਵੀ ਇੱਕ ਸਕੂਲ ਦੇ ਜਾ ਕੇ ਰੱਟਾ ਚੱਲਦਾ ਹੈ, ਕ੍ਰੈਮਿੰਗ ਚੱਲਦੀ ਹੈ, ਇਹਨਾਂ ਨੂੰ ਕੋਈ ਪਤਾ ਲੱਗਿਆ ਵੀ ਇਹ ਆਪਣੀ ਕੋਈ ਸਿਸਟਮ ਵਧੀਆ ਨਹੀਂ ਗਾ। ਫਿਰ ਇਹਨਾਂ ਦੇ ਆਪ ਦਾ ਜਿਹੜਾ ਬੱਚਾ ਸੀ ਇਹਨਾਂ ਨੇ ਕਿਹਾ ਵੀ ਮੇਰਾ ਬੱਚਾ ਵੀ ਇਸ ਤਰ੍ਹਾਂ ਇਹ ਸਟੱਡੀ ਵਿੱਚ ਪੈ ਜਾਊਗਾ, ਤਾਂ ਇਹਨਾਂ ਨੇ ਫਿਰ ਸਟੱਡੀ ਨੂੰ, ਹਾਲਾਂਕਿ ਇਹਨਾਂ ਨੇ ਕੀਤਾ ਲਾ ਸੀਗਾ, ਦੇਖੋ ਲਾ ਦੇ ਬਾਵਜੂਦ ਵੀ ਇਹ ਐਜੂਕੇਸ਼ਨ ਦੇ ਵਿੱਚ ਆ ਗਏ 1920 'ਚ। ਇਹ ਤੁਹਾਨੂੰ ਮੈਂ ਸਿਰਫ ਇੱਕ ਤੁਹਾਨੂੰ ਫਿਰ ਕਹਿ ਰਿਹਾ, ਸਿਰਫ ਮੈਂ ਤੁਹਾਨੂੰ ਇੱਕ ਵਾਰੀ ਹਿਸਟਰੀ ਦੱਸ ਰਿਹਾ ਥੋੜ੍ਹੀ ਜੀ ਪੋਲਿਸੀ ਤੋਂ ਪਹਿਲਾਂ ਦੀ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਇਹਦੀ ਪੂਰੀ ਵੀਡੀਓ ਤੁਹਾਨੂੰ ਮੈਂ ਗਿੱਜੂ ਬਾਈ ਬੇਦਕ ਦੀ, ਟੈਗੋਰ ਦੀ ਤੁਹਾਨੂੰ ਵੀਡੀਓ ਨੈਕਸਟ ਅਪਲੋਡ ਕਰ ਦੂੰਗਾ। ਇੱਕ ਵਾਰੀ ਮੈਂ ਸਿਰਫ ਤੁਹਾਨੂੰ ਇੱਥੇ ਨੈਸ਼ਨਲ ਪੋਲਿਸੀ ਬਾਰੇ ਤੁਹਾਨੂੰ ਦੱਸਣਾ ਚਾਹ ਰਿਹਾ, ਉਹ ਤਾਂ ਕਰਕੇ ਥੋੜ੍ਹਾ ਜਿਹਾ ਇਸ ਚੀਜ਼ ਨੂੰ ਥੋੜ੍ਹਾ ਜਿਹਾ ਨੈਕਸਟ ਵੀਡੀਓ ਤੁਹਾਨੂੰ ਸਾਰਾ ਕੁਝ ਦੱਸ ਦੂੰਗਾ। 1925 ਦੇ ਵਿੱਚ ਇਹਨਾਂ ਨੇ ਅਧਿਆਪਕ ਮੰਦਿਰ ਬਣਾਇਆ, ਠੀਕ ਹੈ। 1920 ਤੇ ਇਸਟੈਬਲਿਸ਼ ਕੀਤਾ ਸੀਗਾ ਬਾਲ ਮੰਦਿਰ, ਅਤੇ 1920 ਦੇ ਵਿੱਚ ਅਧਿਆਪਕ ਮੰਦਿਰ ਇਸਟੈਬਲਿਸ਼ ਕੀਤਾ ਇਹਨਾਂ ਨੇ। ਉਹ ਦੇਖੋ ਫਿਰ ਇਹਨਾਂ ਨੇ ਇਹਦੇ 'ਤੇ ਮੋਂਟੇਸਰੀ ਜਿਹੜੀ ਮਾਰੀਆ ਮੋਂਟੇਸਰੀ ਦਾ ਸਿਸਟਮ ਦਾ ਬੜਾ ਇਫੈਕਟ ਪਿਆ ਇਹਨਾਂ 'ਤੇ, ਗਿੱਜੂ ਬਾਈ ਜੀ 'ਤੇ, ਠੀਕ ਹੈ। 1939 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ, ਠੀਕ ਹੈ। ਉਦੋਂ ਇਹਨਾਂ ਦੀ ਉਮਰ 53 ਈਅਰ ਸੀਗੀ, ਠੀਕ ਹੈ। ਉਸ ਤੋਂ ਬਾਅਦ ਦੇਖੋ ਗਿੱਜੂ ਬਾਈ ਤੋਂ ਬਾਅਦ ਦੇਖੋ ਤਾਰਾ ਮੋਦਕ ਸੀਗੇ, ਠੀਕ ਹੈ। ਇਹਨਾਂ ਦਾ ਆਹ ਦੇਖੋ ਬਰਥ ਹੋਇਆ 1892 ਦੇ ਵਿੱਚ। ਇਹ ਇਹਨਾਂ ਨੂੰ ਮੋਂਟੇਸਰੀ ਮਦਰ ਵੀ ਕਹਿੰਦੇ ਆਪਣੇ ਇੰਡੀਆ ਵਿੱਚ। ਕਈ ਕੁਐਸਚਨ ਆ ਜਾਂਦਾ ਤਾਂ ਇੰਡੀਆ ਵਿੱਚ ਮੋਂਟੇਸਰੀ ਮਦਰ ਕਿਹਨੂੰ ਕਿਹਾ ਜਾਂਦਾ, ਤਾਰਾਬਾਈ ਸਰੋਜਨੀ ਨਾਇਡੂ ਆਪਸ਼ਨ ਆ ਜਾਂਦੇ ਆ, ਤਾਂ ਉਹਦੇ ਵਿੱਚ ਆ ਨਾਮ ਆਊਗਾ ਤਾਰਾਬਾਈ ਮੋਦਕ ਦਾ, ਠੀਕ ਹੈ। 1921 ਦੇ ਵਿੱਚ BA ਇਹਨਾਂ ਨੇ ਇਹ ਫਸਟ ਵੇਖੋ। ਇਹ ਇੱਕ ਹੋਰ ਦੱਸਾਂ, ਜਦੋਂ ਆਜ਼ਾਦੀ ਤੋਂ ਪਹਿਲਾਂ ਨਾ ਲੇਡੀਜ਼ ਨੂੰ ਤੇ ਜਿਹੜੇ ਬੈਕਵਰਡ ਕਾਸਟ 'ਤੇ ਸੀ ਉਹਨਾਂ ਨੂੰ ਐਜੂਕੇਸ਼ਨ, ਬਾਕੀ ਲੇਡੀ ਨੂੰ ਐਜੂਕੇਸ਼ਨ ਬਹੁਤ ਘੱਟ ਦਿੱਤੀ ਜਾਂਦੀ ਸੀਗੀ, ਠੀਕ ਹੈ। ਇਹ ਫਸਟ ਲੇਡੀ ਸੀਗੀ ਜਿਹੜੀ ਇੰਡੀਅਨ ਪ੍ਰਿੰਸੀਪਲ ਬਣੀ ਸੀਗੀ। ਵੇਖੋ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਨਾ ਵੱਡੀਆਂ ਜਿਹੜੀਆਂ ਪੋਸਟਾਂ ਵਿੱਚ ਨਾ ਉਦੋਂ ਮਤਲਬ ਕਿ ਇੰਡੀਆ ਨੂੰ ਇੰਨੀ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ ਸੀਗੀ, ਠੀਕ ਹੈ ਨਾ। ਪਰ ਇਹ ਇੱਕ ਇਹ ਜੀ ਫਸਟ ਲੇਡੀ ਹੋਈ ਸੀ ਇੰਡੀਆ ਦੇ ਵਿੱਚ ਜਿਹੜੀ ਵੀ ਪ੍ਰਿੰਸੀਪਲ ਬਣੀ ਸੀ ਕਾਲਜ ਦੇ ਵਿੱਚ, ਠੀਕ ਹੈ, ਸਕੂਲ ਦੇ ਵਿੱਚ। ਅੱਗੇ 1962 ਦੇ ਵਿੱਚ ਇਹਨਾਂ ਨੂੰ ਪਦਮ ਭੂਸ਼ਣ ਦਾ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ। ਫਿਰ ਇਹਨਾਂ ਦੀ 1973 ਦੇ ਵਿੱਚ ਡੈਥ ਹੋ ਗਈ, ਏਜ ਸੀਗੀ 81। ਸਿਰਫ ਮੈਂ ਤੁਹਾਨੂੰ ਫਿਰ ਵਾਰ ਦੱਸ ਰਿਹਾ, ਇਹ ਸਿਰਫ ਮੈਂ ਤੁਹਾਨੂੰ ਇੱਕ ਵਾਰੀ ਥੋੜ੍ਹੇ ਪੁਆਇੰਟ ਦੱਸ ਰਿਹਾ। ਨੈਕਸਟ ਵੀਡੀਓ 'ਚ ਤੁਹਾਨੂੰ ਇਹਨਾਂ ਦਾ ਪੂਰੀ ਡਾਟਾ ਵਿਦ MCQ ਤੁਹਾਨੂੰ ਦਿੱਤੇ ਜਾਣਗੇ, ਠੀਕ ਹੈ। ਇਹ ਤਾਂ ਸਿਰਫ ਤੁਹਾਨੂੰ NEP ਦੀ ਪੋਲਿਸੀ ਦੱਸਣ ਦੇ ਬਾਰੇ ਥੋੜ੍ਹੀ ਜਿਹੀ ਉਹਦੀ ਹਿਸਟਰੀ ਜਾਣਨਾ ਬਹੁਤ ਜ਼ਰੂਰੀ ਹੈ ਵੀ ਕਿਉਂ ਆਪਾਂ ਨੂੰ ਪੋਲਿਸੀ ਲਿਆਉਣੀ ਪਈ, ਠੀਕ ਹੈ। ਅੱਗੇ ਦੇਖੋ ਮਹਾਤਮਾ ਗਾਂਧੀ ਜੀ ਆ ਗਏ। ਇਹਨਾਂ ਨੇ ਕੀ ਕੀਤਾ ਦੇਖੋ, ਇੱਕ ਸੈਕਿੰਡ ਦੇਖੋ। ਮਹਾਤਮਾ ਜੀ ਨੇ ਬੇਸਿਕ ਐਜੂਕੇਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ, ਠੀਕ ਹੈ। ਬੇਸਿਕ ਐਜੂਕੇਸ਼ਨ ਨੂੰ ਆਪਾਂ ਨਹੀਂ ਸਾਰੇ ਨਾਮ ਲਿਖੇ ਆ ਦੇਖ ਲਓ, ਵਰਦ ਯੋਜਨਾ ਵੀ ਕਹਿ ਦਿੰਦੇ ਆ, ਨਈ ਤਲੀਮ ਵੀ ਕਹਿ ਦਿੰਦੇ ਆ, ਜਾਂ ਬੇਸਿਕ ਐਜੂਕੇਸ਼ਨ ਵੀ ਕਹਿ ਦਿੰਦੇ ਆ, ਜਾਂ ਬੇਸਿਕ ਬੁਨਿਆਦੀ ਤਲੀਮ ਵੀ ਕਹਿ ਦਿੰਦੇ ਆ, ਠੀਕ ਹੈ। ਇਹਨਾਂ ਦੇ ਨਾਮ ਹੈ। ਬੇਸਿਕ ਐਜੂਕੇਸ਼ਨ ਨੂੰ ਵਰਦ ਯੋਜਨਾ ਵੀ ਕਹਿ ਦਿੰਦੇ ਆ। ਉੱਥੇ ਕੁਐਸਚਨ ਆਏ ਤਾਂ ਵਰਦ ਯੋਜਨਾ, ਠੀਕ ਹੈ, ਉਹਨੂੰ ਬੇਸਿਕ ਐਜੂਕੇਸ਼ਨ ਹੀ ਹੈ। ਨਈ ਤਲੀਮ ਜਾਂ ਬੁਨਿਆਦੀ ਤਲੀਮ ਇਹ ਗਾਂਧੀ ਜੀ ਨੇ ਚਲਾਈ ਸੀ। ਤੁਹਾਨੂੰ ਮੈਂ ਸਾਰਾ ਕੁਝ ਅਗਲੇ ਕਨਸੈਪਟ ਵਿੱਚ ਕਲੀਅਰ ਕਰੂੰਗਾ, ਸਾਰੀ ਅਗਲੀ ਵੀਡੀਓ 'ਚ। ਇਹ ਆਈ ਸੀ 1937 ਦੇ ਵਿੱਚ, ਠੀਕ ਹੈ, ਜਿਹੜਾ ਬੇਸਿਕ ਐਜੂਕੇਸ਼ਨ ਦਾ ਕਨਸੈਪਟ ਸੀਗਾ, ਜਾਂ ਕਹਿ ਜੀ ਵਰਦ ਯੋਜਨਾ ਦਾ ਜਿਹੜਾ ਕਨਸੈਪਟ ਸੀਗਾ, ਠੀਕ ਹੈ। ਅੱਗੇ ਦੇਖੋ ਨੈਕਸਟ ਦੇਖੋ ਆ ਨਾ ਗਾਂਧੀ ਜੀ ਬਾਰੇ ਤੁਹਾਨੂੰ ਪੂਰੀ ਜਿਹੜੀ ਹੈਗਾ ਉਹ ਨੈਕਸਟ ਵੀਡੀਓ 'ਚ ਕਰਾਊਂਗਾ ਸਾਰਾ ਕੁਝ। ਇਹ ਤਾਂ ਸਿਰਫ ਇੱਕ ਤੁਹਾਨੂੰ NCF 2020 ਬਾਰੇ ਦੱਸਣਾ ਸੀਗਾ, ਉਹਦੇ ਲਈ ਆਪਾਂ ਨੂੰ ਪਿਛਲੀ ਹਿਸਟਰੀ ਜਾਣਨਾ ਬਹੁਤ ਜ਼ਰੂਰੀ ਸੀ ਆਪਣੇ ਲਈ। ਅੱਗੇ ਦੇਖੋ ਆ ਸਾਰਾ ਗਾਂਧੀ ਜੀ ਬਾਰੇ ਹੀ ਹੈ, ਇਹ ਤੁਹਾਨੂੰ ਇੱਕ ਹੋਰ ਵੀਡੀਓ 'ਚ ਕਰਾ ਦਾਂਗਾ ਸਾਰਾ ਗਾਂਧੀ ਜੀ ਬਾਰੇ। ਅੱਗੇ ਦੇਖੋ ਸਰਜਨ ਰਿਪੋਰਟ 1944, ਇਹ ਰਿਪੋਰਟ ਬਹੁਤ ਇੰਪੋਰਟੈਂਟ ਆਪਣੇ ਲਈ। 1 ਸੈਕਿੰਡ ਦੇਖੋ, The Surgeon Report is also called Scheme of Post-War Educational Development in India। ਜਾਂ ਸੈਕਿੰਡ ਪਾਰਟ ਦੇਖੋ, Surgeon Report 1944 also known a post-war educational development in India। ਸੇਮ ਹੀ ਹੈ ਵੀ ਇਹਨੂੰ ਜਿਹੜੇ ਇਹ ਪੋਸਟ ਵਾਰ ਐਜੂਕੇਸ਼ਨ ਡਿਵੈਲਪਮੈਂਟ ਇਨ ਇੰਡੀਆ ਦੇ ਨਾਮ ਤੇ ਨਾਲ ਵੀ ਜਾਣਿਆ ਜਾਂਦਾ ਸੀਗਾ,
ਕਿਉਂਕਿ ਤੁਹਾਨੂੰ ਪਤਾ 1939 ਦੇ ਵਿੱਚ ਜਿਹੜਾ ਸੈਕੰਡ ਵਰਲਡ ਵਾਰ ਹੋਇਆ ਸੀਗਾ, ਉਹਦੇ ਕਰਕੇ ਕਾਫੀ ਨੁਕਸਾਨ ਹੋ ਗਿਆ ਸੀਗਾ। ਤੇ ਇਸ ਲੋਸ ਨੂੰ ਪੂਰਾ ਕਰਨ ਵਾਸਤੇ ਨਾ ਉਹਨਾਂ ਨੇ ਇੰਡੀਆ ਦੇ ਵਿੱਚ ਐਜੂਕੇਸ਼ਨ 'ਤੇ ਬੜਾ ਜ਼ੋਰ ਦੇਤਾ ਅੰਗਰੇਜ਼ਾਂ ਨੇ, ਠੀਕ ਹੈ ਨਾ। ਤਾਂ ਇਹਦੇ ਲਈ ਕੀ ਕੀਤਾ, ਦੇਖੋ ਆਹ ਦੇਖੋ, ਰੀਕਮੈਂਡਡ ਸੈਟਿੰਗ ਅਪ ਆਫ ਯੂਨੀਵਰਸਿਟੀ ਸਕੀਮ ਆਫ ਗ੍ਰਾਂਟ ਕਮਿਸ਼ਨ UGC, ਠੀਕ ਹੈ। ਰੀਕਮੈਂਡਡ ਕੀਤਾ ਗਿਆ ਸੀਗਾ ਵੀ ਇੰਡੀਆ ਦੇ ਵਿੱਚ ਨਾ ਇੱਕ ਯੂਨੀਵਰਸਿਟੀ ਦੀ ਬਣਾਈ ਜਾਵੇ, ਉਹਦੇ ਲਈ ਪੇਸ਼ਕਸ਼ ਇੱਕ ਰੀਕਮੈਂਡਡ ਕੀਤੀ ਗਈ ਸੀ, ਪੇਸ਼ਕਸ਼ ਕੀਤੀ ਗਈ ਸੀ ਆਪਣੇ ਇੰਡੀਆ ਵੱਲੋਂ, ਠੀਕ ਹੈ। ਵੀ ਇੰਡੀਆ ਦੇ ਵਿੱਚ ਇੱਕ ਯੂਨੀਵਰਸਿਟੀ ਦੀ ਵੀ, ਇੱਕ ਵਧੀਆ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇ, ਠੀਕ ਹੈ। ਅੱਗੇ ਦੇਖੋ ਆ ਰਿਹਾ, ਸਰ ਜੌਨ ਸਰਜਨ ਵਾਸ ਚੇਅਰਮੈਨ ਆਫ ਕਮੇਟੀ। ਇਸ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਜਾਂ ਚੇਅਰਮੈਨ ਸੀ ਜਿਹੜੇ, ਉਹ ਸਰ ਜੌਨ ਸਰਜਨ ਸੀਗੇ, ਠੀਕ ਹੈ। ਅੱਗੇ ਸੈਕਿੰਡ ਪੁਆਇੰਟ ਦੇਖੋ, ਇਹਦੇ 'ਚ 22 ਮੈਂਬਰ ਸੀਗੇ, ਠੀਕ ਹੈ। ਤੇ ਕਵਰਡ ਐਜੂਕੇਸ਼ਨ ਫਰੋਮ ਪ੍ਰੀ ਪ੍ਰਾਇਮਰੀ ਟੂ ਯੂਨੀਵਰਸਿਟੀ ਲੈਵਲ। ਇਹ ਇੱਥੇ ਆ ਲਾਈਨ ਬਹੁਤ ਮੋਸਟ ਇੰਪੋਰਟੈਂਟ ਹੈ, ਠੀਕ ਹੈ। ਇਹ ਫਸਟ ਜਿਹੜੀ ਕਮੇਟੀ ਸੀਗੀ ਜਿਹਦੇ ਵਿੱਚ ਪ੍ਰੀ ਪ੍ਰਾਇਮਰੀ 'ਤੇ ਜ਼ੋਰ ਦਿੱਤਾ ਗਿਆ ਸੀ ਜ਼ਿਆਦਾ, ਵੀ ਇੰਡੀਆ ਦੇ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਐਜੂਕੇਸ਼ਨ ਨੂੰ ਪੂਰਾ ਡਿਵੈਲਪ ਕਰਨਾ ਹੈ, ਠੀਕ ਹੈ ਨਾ। ਇਹ ਫਸਟ ਜਿਹੜੀ ਕਮੇਟੀ ਸੀਗੀ ਜਾਂ ਫਸਟ ਕਮਿਸ਼ਨ ਸੀਗਾ, ਜਾਂ ਕਹਿਣ ਦਾ ਮੀਨਿੰਗ ਹੈ ਇੰਡੀਆ ਦੇ ਵਿੱਚ ਜਿਹਨੇ ਨੇ ਪ੍ਰੀ ਪ੍ਰਾਇਮਰੀ 'ਤੇ ਬੜਾ ਜ਼ੋਰ ਦਿੱਤਾ ਸੀਗਾ, ਠੀਕ ਹੈ। ਦੇਖੋ ਅੱਗੇ ਆ ਦੇਖੋ, ਏਮ ਟੂ ਮੇਕ ਦਾ ਸਟੈਂਡਰਡ ਆਫ ਐਜੂਕੇਸ਼ਨ ਇਨ ਇੰਡੀਆ ਇਕੁਐਲੈਂਟ ਟੂ ਦੈਟ ਆਫ ਇੰਗਲੈਂਡ ਇਨ ਨੈਕਸਟ 40 ਈਅਰਸ। ਉਹ ਕਹਿੰਦੇ ਵੀ ਅਗਲੇ 40 ਸਾਲਾਂ ਵਿੱਚ ਜਿਹੜੀ ਇੰਡੀਆ ਦੀ ਐਜੂਕੇਸ਼ਨ ਹੈ ਨਾ, ਇੰਗਲੈਂਡ ਦੇ ਇਕੁਅਲ ਹੋ ਜੂਗੀ, ਬਰਾਬਰ, ਵੀ ਉਹਦੇ ਵਰਗਾ ਸਟੈਂਡਰਡ ਹੋ ਜੂਗਾ, ਠੀਕ ਹੈ। ਪਰ ਇਹਦੇ 'ਤੇ ਫਿਰ ਬੜੀ ਬਹਿਸਬਾਜ਼ੀ ਹੋਈ, ਬੜਾ ਇਹਦੇ 'ਤੇ ਵੀ ਰੌਲਾ ਚੱਲਿਆ ਵੀ ਉਹ ਕਹਿੰਦੇ ਇੰਨਾ ਟਾਈਮ ਲੱਗ ਜੂਗਾ। ਤਾਂ ਫਿਰ ਉਹ ਇਸ ਨੂੰ ਬਾਅਦ ਚੇਂਜ ਕਰਕੇ ਨਾ 16 ਈਅਰ ਕਰਤਾ ਸੀਗਾ, ਵੀ 16 ਸਾਲਾਂ ਦੇ ਵਿੱਚ ਆਪਾਂ ਇਹਨੂੰ ਉਹਦੇ ਇੰਡੀਆ ਦਾ ਜਿਹੜਾ ਸਟੈਂਡਰਡ ਆ ਉਹ ਇੰਗਲੈਂਡ ਦੇ ਬਰਾਬਰ ਕਰ ਦਿਆਂਗੇ, ਠੀਕ ਹੈ। ਅੱਗੇ ਤੁਹਾਨੂੰ ਦੱਸਦਾ ਮੈਂ, ਆ ਦੇਖੋ ਆ ਸਾਰਾ ਉਹੀ ਅੱਗੇ ਜਿਹੜਾ ਤੁਹਾਨੂੰ ਦੱਸਤਾ ਤਾ। ਆ ਰੀਕਮੈਂਡਡ ਆਫ ਪ੍ਰਮੋਸ਼ਨ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਇਨ ਦਾ ਫਰੋਮ ਆਫ ਨਰਸਰੀ ਸਕੂਲਸ, ਠੀਕ ਹੈ। ਨਰਸਰੀ ਸਕੂਲ ਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ, ਠੀਕ ਹੈ। ਦਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਵਾਸ ਟੂ ਪ੍ਰੋਵਾਈਡ ਫੋਰ ਫਰੀ, ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਹੈ ਫਰੀ ਦਿੱਤੀ ਜਾਊਗੀ ਸਕੂਲ ਦੇ ਵਿੱਚ, ਠੀਕ ਹੈ। ਯੂਨੀਵਰਸਲ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਫੋਰ ਬॉयਜ਼ ਐਂਡ ਗਰਲਸ ਬਿਟਵੀਨ ਏਜ 16 to 14, 16 ਤੋਂ 14 ਸਾਲ ਤੱਕ ਫਰੀ ਐਜੂਕੇਸ਼ਨ। ਆਹ ਸਾਰੀ ਉਹੀ ਗੱਲਾਂ ਹੈ, ਠੀਕ ਹੈ। ਅੱਗੇ ਦੇਖੋ, ਮੇਨ ਤੁਹਾਨੂੰ ਦੱਸਤਾ ਵੀ ਇਹਦੇ 'ਚ ਜਿਹੜੀ ਮੇਨ ਸੀਗੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਸੀਗਾ, ਠੀਕ ਹੈ। ਆਹ ਜਿਹੜੀ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸੀ ਸੋ ਤੁਹਾਨੂੰ ਅੱਗੇ ਦੱਸ ਦੇਣਾ। ਆਹ ਦੇਖ ਲਓ, ਆਹ ਦੇਖੋ ਉਹਨਾਂ ਨੇ ਕਿਹਾ ਸੀ, ਆਹ ਦੇਖੋ ਵੀ ਆਹ ਉਹਨਾਂ ਨੇ ਕਿਹਾ ਸੀ, ਆਹ ਦੇਵਾਂਗੇ ਨਾ 14 ਈਅਰਸ ਦੇ ਵਿੱਚ ਆਪਾਂ ਉਹ ਆਪਣੀ ਜਿਹੜੀ ਐਜੂਕੇਸ਼ਨ ਦਾ ਸਟੈਂਡਰਡ ਹੈ ਉਹਦੇ ਇੰਗਲੈਂਡ ਦੇ ਬਰਾਬਰ ਹੋਊਗਾ। ਫਿਰ ਉਸ ਤੋਂ ਬਾਅਦ 16 ਸਾਲ ਕਰਤਾ ਸੀਗਾ ਵੀ 16 ਈਅਰ ਦੇ ਵਿੱਚ ਆਪਾਂ ਇਹਦੀ ਜਿਹੜੀ ਇਕੁਅਲ ਕਰ ਦਿਆਂਗੇ ਜਿਹੜਾ ਸਟੈਂਡਰਡ ਇੰਗਲੈਂਡ ਦੇ ਬਰਾਬਰ ਆਪਣੀ ਐਜੂਕੇਸ਼ਨ ਦਾ, ਠੀਕ ਹੈ। ਅੱਗੇ ਦੇਖੋ, ਅੱਗੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਕਰਾਊਂਗਾ, ਠੀਕ ਹੈ। ਕਿਉਂਕਿ ਆਹ ਦੇਖੋ ਇੱਕ ਨਾ, ਇੱਕ ਤਾਂ ਤੁਸੀਂ ਆਦੇ ਮਾਈਂਡ ਨਾਲ ਹੀ ਸੋਚ ਸਕਦੇ ਹੋ। ਦੇਖੋ 1952 ਆ ਗਿਆ, ਆਹ ਸੀਗਾ ਦੇਖੋ 1944। ਇਹ ਕੀ ਹੈ, ਇਹ ਪ੍ਰੀ ਇੰਡੀਪੈਂਡੈਂਸ ਮਤਲਬ ਕਿ ਆਜ਼ਾਦੀ ਤੋਂ ਪਹਿਲਾਂ ਜਿਹੜਾ ਵਰਕ ਹੋਇਆ ਸੀਗਾ ਪ੍ਰੀ ਐਜੂਕੇਸ਼ਨ ਦੇ ਲਈ, ਜਾਂ ਐਜੂਕੇਸ਼ਨ ਰਿਲੇਟਡ ਜੋ ਵੀ ਕੰਮ ਹੋਏ ਸੀਗੇ ਉਹ ਪ੍ਰੀ ਇੰਡੀਪੈਂਡੈਂਸ ਸੀਗੇ। ਪ੍ਰੀ ਇੰਡੀਪੈਂਡੈਂਸ ਦਾ ਮੀਨਿੰਗ ਹੋ ਗਿਆ ਵੀ ਆਜ਼ਾਦੀ ਤੋਂ ਪਹਿਲਾਂ ਜੋ ਕੰਮ ਹੋਏ ਸੀਗੇ, ਠੀਕ ਹੈ ਨਾ। ਸੋ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ, ਕਿਉਂਕਿ ਨੈਕਸਟ ਵੀਡੀਓ ਵਿੱਚ ਆਪਾਂ 1952 ਤੋਂ ਸਟਾਰਟ ਕਰਾਂਗੇ ਅਤੇ NEP 2020 ਤੱਕ ਆਪਾਂ ਨੈਕਸਟ ਵੀਡੀਓ 'ਚ ਕੰਸੈਪਟ ਕਲੀਅਰ ਕਰਾਂਗੇ। ਹਾਂ, ਜੇ ਤੁਹਾਨੂੰ ਕੋਈ ਵੀ ਡਾਊਟ ਹੈ ਜਾਂ ਕੋਈ ਵੀ ਪ੍ਰੋਬਲਮ ਹੈ ਨੀਚੇ ਕਮੈਂਟ ਕਰ ਦਿਆ ਜੇ, ਅਤੇ ਬਾਕੀ ਐਜ਼ ਯੂ ਲਾਈਕ ਐਂਡ ਸ਼ੇਅਰ ਦੇ ਲਈ, ਠੀਕ ਹੈ। ਥੈਂਕਸ।